ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 23ਵੀਂ ਤੇ ਪਦ 6ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੋ ਸਕਦਾ, ਇੰਨਾ ਅਕਲ ਵਾਲਾ ਨਹੀਂ ਹੋ ਸਕਦਾ ਜਿਹੜਾ ਪ੍ਰੀਤਮ ਪਿਆਰੇ ਦੀਆਂ ਰਮਜਾਂ ਸਮਝ ਸਕੇ। ਜਿੰਨੀਆਂ ਉਹ ਸਮਝਾਉਂਦੇ ਹਨ ਉਹਨਾਂ ਪ੍ਰਾਣੀ ਸਮਝਦਾ ਹੈ, ਉਹਨਾਂ ਪ੍ਰਾਣੀ ਵਿਚਾਰਦਾ ਹੈ, ਉਹਨਾਂ ਹੀ ਸੁਣਦਾ ਹੈ ਅਤੇ ਉਹਨਾਂ ਹੀ ਬੋਲਦਾ ਹੈ। ਜਿਵੇਂ ਉਹ ਚਲਾਉਂਦਾ ਹੈ ਉਸੇ ਤਰ੍ਹਾਂ ਇਨਸਾਨ ਚੱਲਦਾ ਹੈ। ਆਪਣੇ ਆਪ ਦੇ ਵਿੱਚ ਮਿੱਟੀ ਦਾ ਪੁਤਲਾ ਕੁਝ ਵੀ ਨਹੀਂ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕਰਕੇ ਮਨੁੱਖਤਾ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਬਹੁਤ ਵਡਮੁੱਲੀ ਵਿਧੀ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਈ ਹੈ ਕਿ ਤੁਸੀਂ ਕਿਸ ਤਰ੍ਹਾਂ ਮਾਇਆ ਨਾਲੋਂ ਟੁੱਟਣਾ ਹੈ, ਪ੍ਰਭੂ ਨਾਲ ਜੁੜਨਾ ਹੈ। ਤੁਹਾਡਾ ਹਰ ਪਲ ਹਰ ਛਿਨ ਕੀਮਤੀ ਹੈ। ਇਹਨੂੰ ਉਹਦੇ ਨਾਲ ਜੋੜਨ ਦੇ ਲਈ ਤੁਹਾਨੂੰ ਆਪਣਾ ਕਰਤੱਵਿਆ ਕਰਨਾ ਪਵੇਗਾ। ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਰਚਨਾ ਕੀਤੀ ਹੈ। ਇੱਕ ਅਸ਼ਟਪਦੀ ਦੇ ਤਕਰੀਬਨ 1,000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। 3 ਘੜੀਆਂ ਤੋਂ ਇੱਕ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ ਸਮੇਂ ਦਾ ਪਹਿਰ ਪਦ ਨਾਲ ਜੋੜਿਆ ਹੈ। 24 ਘੰਟੇ 24,000 ਅੱਖਰ 24,000 ਸਵਾਸਾਂ ਨਾਲ ਸਮੇਲੇ ਹਨ। 24 ਅਸ਼ਟਪਦੀਆਂ 24 ਘੰਟਿਆਂ ਨਾਲ ਮੇਲ ਖਾਂਦੀਆਂ ਹਨ। ਇੱਕ ਪਾਸੇ ਪ੍ਰਭੂ ਅਬਿਨਾਸ਼ੀ ਹੈ, ਦੂਸਰੇ ਪਾਸੇ ਇਨਸਾਨ ਨਾਸ਼ਵਾਨ ਹੈ। ਇੱਕ ਪਾਸੇ ਪ੍ਰਭੂ ਆਚਲ ਹੈ, ਦੂਜੇ ਪਾਸੇ ਪ੍ਰਾਣੀ ਆਚਲ ਹੈ। ਪ੍ਰਭੂ ਆਮੁੱਕ ਹੈ, ਪ੍ਰਾਣੀ ਮੁੱਕਣ ਵਾਲਾ ਹੈ। ਦੋਨਾਂ ਦਾ ਵੱਖਰੋ ਵੱਖਰਾ ਅੰਤਰ ਹੈ, ਅਵਿਨਾਸ਼ੀ ਤੇ ਨਾਸ਼ ਹੋਣ ਵਾਲਾ। ਪ੍ਰੀਤਮ ਪਿਆਰੇ ਨੇ ਇਹ ਤਰੀਕਾ ਸਮਝਾਇਆ ਹੈ ਕਿ ਨਾਸ਼ ਹੋਣ ਵਾਲਾ ਅਵਿਨਾਸ਼ ਦੇ ਨਾਲ ਮਿਲ ਸਕਦਾ ਹੈ, ਸੰਗਮ ਕਰ ਸਕਦਾ ਹੈ, ਫਿਰ ਉਹਨੂੰ ਆਪਣੇ ਨਾਸ਼ ਤੋਂ ਮੁਕਤੀ ਮਿਲ ਸਕਦੀ ਹੈ। ਪਰ ਇਹਦੇ ਲਈ ਉਹਨੂੰ ਮਸ਼ੱਕਤ ਕਰਨੀ ਪਵੇਗੀ। ਜੇ ਉਹਨੇ ਆਪਣਾ ਮੁੱਖ ਉਜਲਾ ਕਰਨਾ ਹੈ, ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ, ਤਦ ਉਹਨੂੰ ਉਹਦੀ ਆਰਾਧਨਾ ਕਰਨੀ ਹੋਏਗੀ। ਹਰ ਸਵਾਸ ਸਵਾਸ, ਹਰ ਗਰਾਸ ਗਰਾਸ, ਹਰ ਛਿਨ ਹਰ ਪਲ ਪਲ ਉਹਦੇ ਉੱਤੋਂ ਕੁਰਬਾਨ ਹੋਣਾ ਪਵੇਗਾ। ਬੇਸ਼ੱਕ ਸਵਾਸ ਪ੍ਰਾਣੀ ਦੇ ਹੱਥ ਵਿੱਚ ਨਹੀਂ ਹਨ। ਕਿੰਨੇ ਆਏ ਹਨ, ਕਿੰਨੇ ਆਉਣੇ ਹਨ, ਕਿੰਨਾ ਭੰਡਾਰਾ ਵਰਤਾਇਆ ਗਿਆ ਹੈ, ਕਿੰਨਾ ਬਾਕੀ ਹੈ, ਇਹ ਪ੍ਰਾਣੀ ਦੀ ਸਮਝ ਤੋਂ ਬਾਹਰ ਹੈ। ਜਿਹੜਾ ਵਰਤਾਉਂਦਾ ਹੈ, ਸਵਾਸਾਂ ਨੂੰ ਵੰਡਦਾ ਹੈ, ਉਹ ਭਲੀ ਭਾਂਤ ਜਾਣੂ ਹੈ। ਜੇ ਸਵਾਸ ਵੀ ਉਹਦੇ ਹਨ, ਉਹਦੇ ਭਾਣੇ ਦੇ ਵਿੱਚ ਆਉਂਦੇ ਹਨ, ਤਾਂ ਕਿਉਂ ਨਾ ਉਹਨਾਂ ਦਾ ਲਾਭ ਪ੍ਰਾਪਤ ਕੀਤਾ ਜਾਵੇ।
ਇਨਸਾਨ ਨੂੰ ਸਿਰਫ ਤੇ ਸਿਰਫ ਮਾਇਆ ਤੋਂ ਟੁੱਟ ਕੇ ਪ੍ਰਭੂ ਦੇ ਨਾਲ ਜੁੜਨ ਦੀ ਲੋੜ ਹੈ ਤੇ ਉਹਦੀ ਸਹਾਇਤਾ ਦੀ ਲੋੜ ਹੈ, ਕਿਉਂਕਿ ਮਾਇਆ ਨਾਲੋਂ ਟੁੱਟਣਾ ਵੀ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਮਾਇਆ ਬੜੀ ਸ਼ਕਤੀਸ਼ਾਲੀ ਹੈ, ਮੋਹ ਲੈਂਦੀ ਹੈ, ਮਨਮੋਹਣੀ ਹੈ। ਇਹਦੇ ਸ਼ਿਕੰਜੇ ਦੇ ਵਿੱਚੋਂ, ਇਹਦੇ ਪੰਜੇ ਦੇ ਵਿੱਚੋਂ ਸਿਰਫ ਤੇ ਸਿਰਫ ਪ੍ਰੀਤਮ ਪਿਆਰੇ ਦੀ ਮਿਹਰ ਨਾਲ ਹੀ ਪ੍ਰਾਣੀ ਨਿਕਲ ਸਕਦਾ ਹੈ। ਫਿਰ ਪ੍ਰਾਣੀ ਦਾ ਕੀ ਲੱਗਦਾ ਹੈ? ਸਹਾਇਤਾ ਮੰਗਣ ਦੇ ਵਿੱਚ ਕਿਹੜਾ ਨੁਕਸਾਨ ਹੁੰਦਾ ਹੈ? ਫਿਰ ਸਹਾਇਤਾ ਵੀ ਉਹ ਤੋਂ ਹੀ ਮੰਗਣੀ ਹੈ ਜਿਹੜਾ ਆਪਣਾ ਹੈ, ਰਚਣਹਾਰਾ ਹੈ, ਪਿਤਾ ਹੈ, ਪਰਮੇਸ਼ਰ ਹੈ। ਕਦੇ ਕੌਣ ਸੰਗਦਾ ਹੈ ਜਾਂ ਡਰਦਾ ਹੈ ਆਪਣੇ ਪਿਤਾ ਤੋਂ? ਜਦ ਵੀ ਲੋੜ ਹੁੰਦੀ ਹੈ ਤਾਂ ਪਿਤਾ ਤੋਂ ਹੀ ਮੰਗੀਦਾ ਹੈ। ਸੋ ਪ੍ਰਭੂ ਪਿਆਰੇ ਤੋਂ ਸਵਾਸਾਂ ਦੇ ਨਾਲ ਉਹਦਾ ਨਾਮ ਜਪਣ ਦੀ ਮਿਹਰ ਪ੍ਰਾਪਤ ਕਰਨ ਦੇ ਲਈ ਪ੍ਰਾਣੀ ਨੂੰ ਬੰਦਨਾ ਅਰਦਾਸ ਕਰਨੀ ਪਵੇਗੀ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਤੇ ਵਿਸ਼ੇਸ਼ ਅਕਾਲ ਦੀ ਆਰਾਧਨਾ ਹੈ, ਅਕਾਲ ਦੀ ਉਸਤਤ ਹੈ, ਵੱਡੀ ਵਡਿਆਈ ਹੈ ਦਾਤੇ ਦੀ, ਸਿਰਜਣਹਾਰੇ ਦੀ। ਸੱਚੇ ਪਾਤਸ਼ਾਹ ਨੇ ਉਹ ਵੀ ਗਿਆਨ ਸਾਨੂੰ ਸਮਝਾਇਆ ਹੈ ਕਿ ਜਦੋਂ ਉਹ ਇਕੱਲਾ ਸੀ, ਆਪਣੇ ਆਪ ਦੇ ਵਿੱਚ ਸੀ, ਪ੍ਰਸੰਨ ਸੀ। ਪ੍ਰਸੰਨਤਾ ਦੇ ਵਿੱਚ ਜਦੋਂ ਉਹਨੇ ਸੋਚਿਆ ਕਿ ਮੈਂ ਇਕੱਲਾ ਹਾਂ, ਕੁਝ ਹੋਣਾ ਚਾਹੀਦਾ ਹੈ, ਫਿਰ ਉਹਨੇ ਇੱਕ ਕਮਾਉ ਦੇ ਨਾਲ ਹੀ ਕੀਤਾ ਪਸੌ ਇੱਕ ਕਮਾਉ, ਇਹ ਲੀਲਾ ਰਚਾ ਦਿੱਤੀ। ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਇਕੱਲਾ ਨਹੀਂ, ਇੱਕ ਤੋਂ ਅਨੇਕ ਬਣ ਗਿਆ। ਪ੍ਰੀਤਮ ਪਿਆਰੇ ਨੇ ਸਾਨੂੰ ਇਹ ਵੀ ਸਮਝਾਇਆ ਹੈ, ਬੇਸ਼ੱਕ ਉਹ ਇੱਕ ਤੋਂ ਅਨੇਕ ਬਣ ਗਿਆ, ਇੱਕ ਓਂਕਾਰ ਤੋਂ ਉਹ ਵਿਰਾਟ ਰੂਪ, ਵਸਤਾਰ ਰੂਪ ਦੇ ਵਿੱਚ ਫੈਲ ਗਿਆ, ਪਰ ਫਿਰ ਵੀ ਉਸੇ ਸਮੇਂ ਹੀ ਉਹ ਜਦੋਂ ਚਾਹੁੰਦਾ ਹੈ ਆਪਣੇ ਆਪ ਨੂੰ ਇਕੱਲਾ ਕਰ ਲੈਂਦਾ ਹੈ। ਫਿਰ ਇਕੱਲਾ ਹੋ ਕੇ ਆਪਣੀ ਰਚਨਾ ਨੂੰ ਵੇਖ ਕੇ ਅਤੀ ਪ੍ਰਸੰਨ ਹੁੰਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦਾ ਗੀਤ ਗਾਇਆ ਹੈ, ਮਿੱਠਾ ਗੀਤ, ਪਿਆਰਾ, ਸਬਰ ਤੇ ਸੰਤੋਖ ਦੇ ਨਾਲ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਦੂਸਰਾ ਵਿਸ਼ਾ ਚੁਣਿਆ ਹੈ ਉਹਨਾਂ ਭਗਤਾਂ ਦਾ, ਉਹਨਾਂ ਪ੍ਰੀਤਮ ਦੇ ਪਿਆਰਿਆਂ ਦਾ, ਜਿਨ੍ਹਾਂ ਨੇ ਉਹਨੂੰ ਪਾ ਲਿਆ ਹੈ, ਜਿਨ੍ਹਾਂ ਨੇ ਉਹਦਾ ਮਨ ਮੋਹ ਲਿਆ ਹੈ। ਸਵਾਸ ਸਵਾਸ ਤੇ ਆ ਕੇ ਆਪਣੇ ਹਰ ਸਵਾਸ ਦੇ ਉੱਤੇ ਪ੍ਰਭੂ ਦਾ ਨਾਂ ਲਿਖ ਕੇ, ਉਹਨਾਂ ਨੇ ਜਦੋਂ ਵੀ ਸਵਾਸ ਅੰਦਰ ਗਿਆ ਉਹਨੂੰ ਯਾਦ ਕੀਤਾ, ਆਪਣੇ ਕਰਤੇ ਨੂੰ ਵਾਹਿਗੁਰੂ ਵਾਹਿਗੁਰੂ ਕਿਹਾ। ਜਦੋਂ ਉਹੀ ਸਵਾਸ ਆਪਣੀ ਕਿਰਿਆ ਕਰਕੇ ਜੀਵਨ ਦੇ ਕੇ ਬਾਹਰ ਗਿਆ, ਤਦ ਵੀ ਉਸ ਪਿਆਰੇ ਨੇ ਪ੍ਰਭੂ ਪ੍ਰਭੂ ਜਪਿਆ। ਅੰਦਰ ਬਾਹਰ ਪ੍ਰਭੂ ਪ੍ਰਭੂ, ਵਾਹਿਗੁਰੂ ਵਾਹਿਗੁਰੂ ਕਰਕੇ, ਮਸ਼ੱਕਤ ਕਰਕੇ ਉਹਨੇ ਪ੍ਰੀਤਮ ਨੂੰ ਪਾ ਲਿਆ।
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਦੀ ਖੂਬ ਸਿਫਤ ਕੀਤੀ ਹੈ। ਉਹਨਾਂ ਜਨਾਂ ਦੀ, ਉਹਨਾਂ ਦਾਸਾਂ ਦੀ, ਉਹਨਾਂ ਗੁਲਾਮਾਂ ਦੀ, ਉਹਨਾਂ ਮਲੰਗਾਂ ਦੀ, ਉਹਨਾਂ ਦਾਸਾਂ ਦਰਵੇਸ਼ਾਂ ਦੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਪ੍ਰਭੂ ਦੇ ਸਮਾਨ ਹੀ ਸਤਿਕਾਰ ਦਿੱਤਾ ਹੈ, ਕਿਉਂਕਿ ਉਹ ਉਹਦਾ ਰੂਪ ਬਣ ਚੁੱਕੇ ਹਨ, ਉਹਦੇ ਰੰਗ ਦੇ ਵਿੱਚ ਰੰਗੇ ਗਏ ਹਨ। ਜੇ ਉਹ ਕੁਝ ਬੋਲਦੇ ਹਨ ਤਾਂ ਈਸ਼ਵਰ ਦੇ ਬੋਲ ਹਨ, ਜੇ ਉਹ ਕੁਝ ਗਾਉਂਦੇ ਹਨ ਤਾਂ ਗੀਤ ਵੀ ਉਸ ਦਾ ਹੀ ਹੈ। ਫਿਰ ਭੇਦ ਕਾਹਦਾ, ਭਿੰਨਤਾ ਰਹੀ ਹੀ ਨਹੀਂ। ਪ੍ਰਭੂ ਪ੍ਰੀਤਮ ਪਿਆਰਾ ਨਿਰੰਕਾਰ ਹੈ, ਉਹਦਾ ਦੁਲਾਰਾ ਆਕਾਰ ਵਿੱਚ ਹੈ, ਉਹਦੇ ਨਾਲ ਬੋਲਿਆ ਜਾ ਸਕਦਾ ਹੈ, ਉਹਨੂੰ ਮਿਲਿਆ ਜਾ ਸਕਦਾ ਹੈ, ਉਹਦੇ ਨਾਲ ਵਿਚਾਰ ਕੀਤੀ ਜਾ ਸਕਦੀ ਹੈ। ਉਹ ਦੁਨੀਆ ਦੇ ਵਿੱਚ ਰਹਿ ਰਿਹਾ ਹੈ, ਕੁਝ ਸੁਣ ਰਿਹਾ ਹੈ, ਕੁਝ ਕਹਿ ਰਿਹਾ ਹੈ, ਪਰ ਹੈ ਸਾਖਸ਼ਾਤ ਪ੍ਰਭੂ ਦਾ ਰੂਪ। ਸੱਚੇ ਪਾਤਸ਼ਾਹ ਨੇ ਉਹਨਾਂ ਪਿਆਰਿਆਂ ਦੀ, ਜਿਹੜੇ ਕੀਤੀ ਸਟਾਉਣ ਦੇ ਸਮਰੱਥ ਹਨ, ਚਰਨ ਧੂੜ ਲੋੜੀਂਦੀ ਹੈ, ਉਹਨਾਂ ਦੇ ਚਰਨ ਧੋਣ ਵਾਲਾ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ ਹੈ ਕਿ ਮੈਂ ਭਾਗਾਂ ਵਾਲਾ ਹੋਵਾਂਗਾ ਜੇ ਮੈਨੂੰ ਪ੍ਰੀਤਮ ਦੇ ਪਿਆਰੇ ਮਿਲ ਜਾਣ, ਉਹ ਮਤਵਾਲੇ ਮਿਲ ਜਾਣ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਗੀਤ ਵਸ ਗਿਆ ਹੈ। ਗੁਰੂ ਪਿਆਰਿਓ, ਤੀਸਰਾ ਵਿਸ਼ਾ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨਿੰਦਕਾਂ, ਉਹਨਾਂ ਚੁਗਲਖੋਰਾਂ, ਉਹਨਾਂ ਦੋਖੀਆਂ, ਸੰਤਾਂ ਦੇ ਦੋਖੀਆਂ, ਸੰਤ ਕੇ ਨਿੰਦਕਾਂ ਦਾ ਚੁਣਿਆ ਹੈ। ਬੇਸ਼ੱਕ ਉਹ ਕੁਝ ਵੀ ਬੋਲੀ ਜਾਣ, ਉਹਦੀ ਬਣਾਈ ਹੋਈ ਪ੍ਰਕਿਰਤੀ ਦੇ ਉਲਟ ਕੁਝ ਵੀ ਊਲ ਜਲੂਲ ਬੋਲੀ ਜਾਣ। ਜੇ ਉਹ ਕਹਿੰਦੇ ਹਨ ਕਿ ਪ੍ਰਭੂ ਹੈ ਨਹੀਂ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਉਹ ਕਹਿੰਦੇ ਹਨ ਕਿ ਕੁਦਰਤ ਹੀ ਹੈ, ਪ੍ਰਭੂ ਹੈ ਹੀ ਨਹੀਂ, ਕੁਦਰਤ ਆਪਣੇ ਆਪ ਵਿੱਚੋਂ ਬਣੀ ਹੈ, ਪ੍ਰਭੂ ਨੇ ਨਹੀਂ ਬਣਾਈ, ਤਾਂ ਉਹਨਾਂ ਦੀ ਇਸ ਅਕਲ ਦਾ ਪ੍ਰਭੂ 'ਤੇ ਕੋਈ ਅਸਰ ਨਹੀਂ ਪੈਂਦਾ। ਪ੍ਰੀਤਮ ਪਿਆਰੇ ਉਹਨਾਂ ਨੂੰ ਨਾ ਹੋਇਆ ਸਮਾਨ ਹੀ ਮੰਨਦੇ ਹਨ। ਜਿਹੜੇ ਪਿਆਰਿਆਂ ਨੂੰ ਨਿੰਦਦੇ ਹਨ, ਪਿਆਰਿਆਂ ਨੂੰ ਜਲੀਲ ਕਰਦੇ ਹਨ, ਮਜ਼ਾਕ ਉਡਾਉਂਦੇ ਹਨ ਗਰੀਬਾਂ ਦਾ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਚੋਰ ਹਰਾਮਖੋਰ ਕਿਹਾ ਹੈ, ਕੂੜੇਆਰ ਕਿਹਾ ਹੈ, ਉਹਨਾਂ ਨੂੰ ਹਵਾ ਵਿੱਚ ਲਟਕਦੇ ਹੋਏ ਜਿਉਂਦੇ ਮੁਰਦੇ ਵੀ ਕਿਹਾ ਹੈ। ਪਰ ਉਹ ਕੌਣ ਹਨ? ਕੌਣ ਹਨ ਜਿਨ੍ਹਾਂ ਨੇ ਇੰਨਾ ਹਿਰਦਾ ਪ੍ਰੀਤਮ ਪਿਆਰੇ ਦਾ ਬਲੂੰਦਰਿਆ ਹੈ? ਉਹ ਲੋਕ ਸੰਤ ਜਨਾਂ ਦੇ ਵੈਰੀ ਹਨ, ਸੰਤਾਂ ਭਗਤਾਂ ਨੂੰ ਦੁਖੀ ਕਰਦੇ ਹਨ। ਜਿਵੇਂ ਕਬੀਰ ਨੂੰ ਕੀਤਾ, ਉਹਦਾ ਨਾਮ ਜਪਣ ਵਾਲੇ ਭਗਤ ਰਵਿਦਾਸ ਨੂੰ ਕੀਤਾ, ਤੰਗ ਪਰੇਸ਼ਾਨ ਧਰੂਵ ਨੂੰ ਕੀਤਾ, ਪ੍ਰਹਲਾਦ ਨੂੰ ਕੀਤਾ।
ਸਾਰੇ ਭਗਤਾਂ ਦੇ ਨਾਲ ਉਹਨਾਂ ਨੇ ਬੈਰ ਕਮਾਇਆ। ਸੁਕਰਾਤ ਨੂੰ ਸੂਲੀ ਉੱਤੇ, ਸੁਕਰਾਤ ਨੂੰ ਜ਼ਹਿਰ ਪਿਲਾ ਦਿੱਤਾ, ਜੀਸਸ ਨੂੰ ਸੂਲੀ ਉੱਤੇ ਟੰਗ ਦਿੱਤਾ। ਨਾਨਕ ਨੂੰ ਕਰਾਈਆ ਕਿਹਾ, ਭੂਤਨਾ ਕਿਹਾ, ਬੇਤਾਲਾ ਕਿਹਾ। ਪੰਜਵੇਂ ਪਾਤਸ਼ਾਹ ਜਿਹੜੇ ਕਿ ਰਚਣਹਾਰੇ ਨੇ ਸੁਖਮਨੀ ਸਾਹਿਬ ਦੇ, ਉਹਨਾਂ ਨੂੰ ਤੱਤੀ ਤਵੀ ਉੱਤੇ ਬਹਾ ਦਿੱਤਾ ਤੇ ਉੱਤੋਂ ਸੀਸ ਦੇ ਵਿੱਚ ਤੱਤਾ ਰੇਤ ਪਾ ਕੇ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ। ਉਹੀ ਨਿੰਦਕ ਚੁਗਲਖੋਰ ਹਰਾਮ ਖੋਰਾਂ ਨੇ 10ਵੇਂ ਪਾਤਸ਼ਾਹ ਦੇ ਫੁੱਲਾਂ ਵਰਗੇ ਸਾਹਿਬਜ਼ਾਦਿਆਂ ਨੂੰ ਕੰਧਾਂ ਦੇ ਵਿੱਚ ਚੜਵਾ ਦਿੱਤਾ। ਹਰ ਯੁੱਗ ਦੇ ਵਿੱਚ ਉਹ ਲੋਕ ਹਨ, ਹਰ ਯੁੱਗ ਦੇ ਵਿੱਚ ਭਗਤ ਵੀ ਹਨ, ਉਹ ਵੀ ਲੋਕ ਹਨ। ਪ੍ਰਭੂ ਨੇ ਜਾਂ ਉਹਦੇ ਰਹਿਬਰ ਨੇ ਹਮੇਸ਼ਾ ਹੀ ਉਹਨਾਂ ਦਾ ਸਾਥ ਦਿੱਤਾ ਹੈ ਜਿਨ੍ਹਾਂ ਨੂੰ ਉਹ ਜਲੀਲ ਕਰਦੇ ਹਨ, ਜਿਨ੍ਹਾਂ ਉੱਤੇ ਹੰਕਾਰ ਦਾ ਦਾੜਾ ਖਿੱਚਦੇ ਹਨ, ਜਿਨ੍ਹਾਂ ਨੂੰ ਇਹ ਲੋਕ ਆਪਣੀ ਛਾਤੀ ਚੌੜੀ ਕਰਕੇ ਦਿਖਾਉਂਦੇ ਹਨ। ਗੁਰੂ ਨਾਨਕ ਨੇ ਉਹਨਾਂ ਦਾ ਹੀ ਸਾਥ ਦਿੱਤਾ ਹੈ ਜਿਨ੍ਹਾਂ ਨੂੰ ਇਹਨਾਂ ਲੋਕਾਂ ਨੇ ਲਤਾੜਿਆ ਹੈ। ਇਹ ਮਾਇਆ ਦੇ ਦਾਸ ਹਨ, ਮਾਇਆ ਕੰਟਰੋਲ ਕਰਦੀ ਹੈ ਇਹਨਾਂ ਨੂੰ ਪੂਰਨ ਤੌਰ ਉੱਤੇ। ਫਿਰ ਇਹ ਆਪਣੀ ਮਰਜ਼ੀ ਵਿੱਚ ਨਹੀਂ ਹਨ। ਇਹ ਮਾਇਆ ਮਦਾਰੀ ਦੇ ਹੱਥ ਵਿੱਚ ਨੱਚਦੇ ਹਨ। ਮਾਇਆ ਨਚਾਉਂਦੀ ਹੈ, ਇਹ ਨੱਚਦੇ ਹਨ, ਹੰਕਾਰ ਦਾ ਡਾਂਸ ਕਰਦੇ ਹਨ, ਨਿਰਤ ਕਰਦੇ ਹਨ, ਹੰਕਾਰੀ ਨਿਰਤ ਕਰਦੇ ਹਨ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਹਰਾਮਖੋਰ, ਕੂੜਿਆਰ ਕਹਿ ਕੇ ਇਹਨਾਂ ਦੀ ਬਣਦੀ ਥਾਂ ਦਿਖਾਈ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨਿੰਦਕਾਂ ਚੁਗਲਖੋਰਾਂ ਉੱਤੇ ਇੰਨੀ ਮਿਹਰ ਕੀਤੀ ਹੈ, ਇੰਨੀ ਦਿਆਲਤਾ ਵਰਤਾਈ ਹੈ ਕਿ ਜੇ ਤੁਸੀਂ ਗੁਰੂ ਦੇ ਇੱਕ ਪਿਆਰੇ ਦੇ ਬਚਨਾਂ ਨੂੰ ਸਰਵਣ ਕਰੋ, ਉਹ ਤੁਹਾਡੇ ਉੱਤੇ ਮਿਹਰ ਕਰ ਦੇਵੇ, ਤੁਹਾਡੇ ਸਾਰੇ ਗੁਨਾਹ ਮਾਫ, ਤੁਹਾਡੇ ਸਾਰੇ ਵਰਤਾਰੇ ਮਾਫ। ਤੁਹਾਡੇ ਲਈ ਇੱਕ ਗੁਰੂ ਦਾ ਪਿਆਰਾ ਬੰਦ ਹੋਇਆ ਹੋਇਆ ਰਸਤਾ ਖੋਲ੍ਹ ਸਕਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਪਿਆਰਿਆਂ ਨੂੰ ਇੰਨਾ ਮਾਣ ਦਿੱਤਾ ਹੋਇਆ ਹੈ, ਆਪਣਾ ਰੂਪ ਬਖਸ਼ਿਆ ਹੋਇਆ ਹੈ। ਇੱਕ ਪਿਆਰਾ ਕਰੋੜਾਂ ਨੂੰ ਮਾਫੀ ਦੇ ਸਕਦਾ ਹੈ। ਫਿਰ ਕਿਉਂ ਨਾ ਪਿਆਰੇ ਪੰਜਵੇਂ ਪਾਤਸ਼ਾਹ ਉਹਨਾਂ ਤੋਂ ਬਲਿਹਾਰੇ ਜਾਣ, ਕਿਉਂ ਨਾ ਪੰਜਵੇਂ ਪਾਤਸ਼ਾਹ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਣ। ਉਹ ਪ੍ਰਭੂ ਦਾ ਰੂਪ ਹੀ ਹਨ, ਪ੍ਰਭੂ ਸਮਾਨ ਹਨ। ਗੁਰੂ ਪਿਆਰਿਓ, 6ਵੇਂ ਪਦ ਦੇ ਵਿੱਚ 23ਵੀਂ ਅਸ਼ਟਪਦੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸਾਨੂੰ ਸਮਝਾ ਰਹੇ ਹਨ ਕਿ ਪ੍ਰਭੂ ਕਿੰਨਾ ਵਿਸ਼ਾਲ ਹੈ, ਕਿੱਥੇ ਤੱਕ ਫੈਲਿਆ ਹੋਇਆ ਹੈ, ਉਹਦਾ ਸੁਭਾਅ ਕੀ ਹੈ। ਉਹ ਬਖਸ਼ੰਦ ਹੈ, ਉਹਦੀ ਦਰਗਾਹ ਦੇ ਵਿੱਚ, ਉਹਦੀ ਕਚਹਿਰੀ ਦੇ ਵਿੱਚ ਸਜ਼ਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਸਿਰਫ ਮਾਫੀ ਹੀ ਮਿਲਦੀ ਹੈ। ਸਿਰਫ ਤਰਦੇ ਹੀ ਹਨ, ਡੁੱਬਦਾ ਕੋਈ ਵੀ ਨਹੀਂ। ਪਰ ਮਨ ਬਦਲਣ ਦੀ ਲੋੜ ਹੈ। ਜਿਹੜਾ ਮਾਫੀ ਮੰਗਦਾ ਹੈ, ਮਾਫੀ ਅਕਸਰ ਉਹਨੂੰ ਹੀ ਮਿਲਣੀ ਹੈ। ਜਿਹੜਾ ਹੰਕਾਰੀ ਹੈ, ਜਿਹੜਾ ਆਪਣੇ ਆਪ ਨੂੰ
ਵੱਡਾ ਮੰਨਦਾ ਹੈ, ਉਹਨੂੰ ਮਾਫੀ ਕਾਹਦੀ ਤੇ ਕਿੱਥੋਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸਰਬ ਭੂਤ ਆਪ ਵਰਤਾਰਾ। ਭੂਤ ਵੱਖਰੇ ਵੱਖਰੇ ਫਾਰਮਸ, ਵੱਖਰੇ ਵੱਖਰੇ ਸਰੂਪ ਕਰਤੇ ਦੇ। ਪ੍ਰਭੂ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਰਮਿਆ ਹੋਇਆ ਹੈ, ਸਰਬ ਦੇ ਵਿੱਚ, ਸਾਰਿਆਂ ਦੇ ਵਿੱਚ। ਸਰਬ ਨੈਣ ਆਪ ਪੇਖਣ ਹਾਰਾ। ਗੁਰੂ ਪਿਆਰਿਓ, ਕਿੰਨੀਆਂ ਅੱਖਾਂ ਹੋਣਗੀਆਂ। ਇਹ ਬ੍ਰਹਿਮੰਡ, ਇਸ ਧਰਤੀ ਦੇ ਟੋਟਲ ਜੀਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਨਸੈਕਟ, ਛੋਟੇ ਛੋਟੇ ਕਿਣਕੇ ਵਰਗੇ ਜੀਵ ਦੇ ਅੱਖਾਂ, ਵੱਡੇ ਤੋਂ ਵੱਡੇ ਸਮੁੰਦਰ ਦੇ ਮਗਰਮੱਛਾਂ ਦੀਆਂ ਅੱਖਾਂ, ਫਿਰ ਗੁਰੂ ਪਿਆਰਿਓ ਹਾਥੀ ਵਰਗੇ ਵੱਡੇ ਜਾਨਵਰਾਂ ਦੀਆਂ ਅੱਖਾਂ, ਵੱਡੀਆਂ ਅੱਖਾਂ, ਛੋਟੀਆਂ ਅੱਖਾਂ, ਨੈਣ ਹੀ ਨੈਣ ਹਨ। ਹਨੇਰੇ ਵਿੱਚ ਦੇਖਣ ਵਾਲੀਆਂ ਅੱਖਾਂ, ਪਾਣੀ ਦੇ ਵਿੱਚ ਦੇਖਣ ਵਾਲੀਆਂ ਅੱਖਾਂ। ਕਿੰਨੀਆਂ ਅੱਖਾਂ ਬਣਾਉਣ ਵਾਲਾ ਮੇਰਾ ਪ੍ਰੀਤਮ ਪਿਆਰਾ, ਬੇਸ਼ੁਮਾਰ ਨੈਣ ਸਾਜਣ ਵਾਲਾ। ਗੁਰੂ ਪਿਆਰਿਓ, ਜਿਹੜਾ ਅੱਖਾਂ ਬਣਾਉਣ ਵਾਲਾ ਹੈ, ਉਹ ਕਿਸ ਤਰ੍ਹਾਂ ਦੇਖਦਾ ਹੈ? ਉਹਦੇ ਨੈਣ ਕਿਸ ਤਰ੍ਹਾਂ ਤੱਕਦੇ ਹਨ? ਸੁਭਾਵਿਕ ਹੀ ਸਵਾਲ ਪੈਦਾ ਹੁੰਦਾ ਹੈ, ਪਰ ਸਾਰਾ ਕੁਝ ਉਹ ਆਪ ਹੀ ਹੈ। ਸਾਰੇ ਦਾ ਸਾਰਾ ਜੋ ਕੁਝ ਦਿਖ ਰਿਹਾ ਹੈ, ਉਹ ਆਪ ਹੀ ਹੈ। ਉਹ ਤੱਕ ਹੀ ਰਿਹਾ ਹੈ, ਕੋਈ ਚੀਜ਼ ਉਹ ਤੋਂ ਬਾਹਰ ਹੈ ਹੀ ਨਹੀਂ। ਉਹ ਅੱਖਾਂ ਬਣਾਉਣ ਵਾਲਾ, ਦਾਤਾ ਰਚਣਹਾਰਾ, ਸਾਰੀਆਂ ਅੱਖਾਂ ਦਾ ਮਾਲਕ ਹੈ। ਸਰਬ ਨੈਣ ਆਪ ਪੇਖਣ ਹਾਰਾ। ਸਾਰੇ ਨੈਣ ਉਹਦੇ ਹੀ ਤਾਂ ਹਨ, ਉਹੀ ਦੇਖ ਰਿਹਾ ਹੈ। ਜੇ ਅਸੀਂ ਇਹ ਯਕੀਨ ਕਰਦੇ ਹਾਂ ਕਿ ਸਾਡੀਆਂ ਅੱਖਾਂ ਹਨ, ਅਸੀਂ ਹੀ ਦੇਖ ਰਹੇ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੀ ਮੈਂ ਸਾਨੂੰ ਪੁੱਠੇ ਪਾਸੇ ਲਾ ਰਹੀ ਹੈ। ਉਹਦੀਆਂ ਅੱਖਾਂ ਹਨ, ਉਹੀ ਦੇਖ ਰਿਹਾ ਹੈ। ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ, ਸਗਲ ਸਮਗਰੀ ਜਾ ਕਾ ਤਨਾ, ਸਾਰਾ ਕੁਝ ਉਹਦਾ ਸਰੀਰ ਹੈ। ਜੋ ਕੁਝ ਦਿਖਦਾ ਹੈ, ਆਕਾਸ਼ ਵੀ, ਪਾਇਆਲ ਵੀ, ਪਤਾਲ ਵੀ, ਧਰਤੀ, ਸਮੁੰਦਰ, ਪਹਾੜ, ਹੋਰ ਧਰਤੀਆਂ ਵੀ, ਹੋਰ ਸੂਰਜ, ਹੋਰ ਚੰਦਰਮਾ, ਗਲੈਕਸੀਜ਼, ਡੀਪ ਹੋਲਸ, ਮੋਰ ਯੂਨੀਵਰਸਿਸ, ਸਾਰਿਆਂ ਦੇ ਵਿੱਚ ਉਹਦਾ ਸਰੀਰ ਫੈਲਿਆ ਹੋਇਆ ਹੈ। ਉਹਦਾ ਤਨ, ਉਹਦੀ ਦੇਹ, ਉਹਦੀ ਬੋਡੀ ਬਹੁਤ ਵੱਡੀ ਹੈ, ਬੇਸ਼ੁਮਾਰ ਵੱਡੀ ਹੈ। ਫਿਰ ਦੁਨੀਆ ਦੀਆਂ ਤਮਾਮ ਅੱਖਾਂ ਰਾਹੀਂ ਉਹ ਤੱਕ ਰਿਹਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਏਡਾ ਵੱਡਾ ਪ੍ਰਭੂ, ਉਹਦੀ ਗੱਲ ਕੌਣ ਕਰ ਸਕਦਾ ਹੈ? ਉਹਨੂੰ ਕੌਣ ਸਲਾਹ ਸਕਦਾ ਹੈ? ਉਹਦੇ ਗੀਤ ਗਾਉਣ ਦੀ ਕਿਹਦੇ ਕੋਲ ਸਮਰੱਥਾ ਹੈ? ਆਪਨ ਜਸ ਆਪ ਹੀ ਸੁਣਾ। ਉਹ ਆਪ ਹੀ ਕੀਰਤਨ ਕਰਦਾ ਹੈ, ਕੀਰਤੀ ਕਰਦਾ ਹੈ, ਤੇ ਆਪ ਹੀ ਸੁਣਦਾ ਹੈ। ਆਪ ਹੀ ਸੰਗਤ ਹੈ, ਆਪ ਹੀ ਗੁਰੂ ਹੈ। ਦੋਨੇ ਪਾਸੇ ਆਪ ਹੀ ਬਿਰਾਜਮਾਨ ਹੈ।
ਉਹਦਾ ਗੀਤ ਗਾਉਣ ਵਾਲਾ ਵੀ ਆਪ ਹੈ, ਸਾਜ਼ ਬਣਾਉਣ ਵਾਲਾ ਵੀ ਆਪ ਹੈ, ਸੁਣਨ ਵਾਲਾ ਵੀ ਆਪ ਹੈ, ਆਪੇ ਹੀ ਆਪ ਹੈ। ਆਵਣ ਜਾਣ ਇੱਕ ਖੇਲ ਬਣਾਇਆ। ਜਿਵੇਂ ਬੱਚੇ, ਜਿਵੇਂ ਗੁਰੂ ਪਿਆਰਿਓ ਬੱਚੇ ਰੇਤ ਦੇ ਘਰ ਬਣਾਉਂਦੇ ਹਨ, ਬਣਾ ਲੈਂਦੇ ਹਨ, ਢਾਹ ਲੈਂਦੇ ਹਨ, ਫਿਰ ਬਣਾਉਂਦੇ ਹਨ, ਫਿਰ ਢਾਉਂਦੇ ਹਨ। ਉਹਨਾਂ ਦੀ ਖੇਲ ਹੈ, ਉਹਨਾਂ ਨੂੰ ਇਹਦੇ ਵਿੱਚੋਂ ਖੁਸ਼ੀ ਮਿਲਦੀ ਹੈ। ਇਸੇ ਤਰ੍ਹਾਂ ਪ੍ਰੀਤਮ ਪਿਆਰਾ ਅਪਾਉਂਦਾ ਹੈ, ਪਾਲਦਾ ਹੈ, ਖਪਾਉਂਦਾ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਤਿੰਨ ਪ੍ਰਬੰਧਕ ਰੱਖੇ ਹੋਏ ਹਨ। ਖੁਸ਼ੀ ਹੈ, ਮੌਜ ਹੈ, ਪ੍ਰੀਤਮ ਪਿਆਰੇ ਦੀ ਲੀਲਾ ਹੈ। ਉਹ ਖੁਸ਼ੀ ਮਹਿਸੂਸ ਕਰਦਾ ਹੈ ਜਦੋਂ ਬਣਾਉਂਦਾ ਹੈ, ਫਿਰ ਪਾਲਦਾ ਹੈ। ਕਿੰਨੇ ਪਿਆਰ ਦੇ ਨਾਲ ਮਾਂ ਪਿਓ ਬਣ ਕੇ, ਮਾਂ ਵੀ ਬਣਦਾ ਆਪ ਹੈ, ਪਿਓ ਵੀ ਬਣਦਾ ਆਪ ਹੈ, ਤੇ ਜਿਹੜਾ ਪਲ ਰਿਹਾ ਉਹ ਵੀ ਆਪ ਹੀ ਹੈ। ਕਿੰਨੀ ਪਿਆਰੀ ਰੌਚਕ ਖੇਲ ਪ੍ਰਭੂ ਖੇਲ ਰਿਹਾ ਹੈ। ਬਜਟ ਦੇ ਵਿੱਚ ਆ ਕੇ ਉਹਨਾਂ ਮਾਸੂਮਾਂ ਨੂੰ ਪਾਲਦਾ ਹੈ ਮਾਂ ਪਿਓ ਬਣ ਕੇ। ਫਿਰ ਆਖਰੀ ਸੀਨ ਦਾ ਐਂਡ ਵਿਨਾਸ਼ ਕਰ ਦਿੰਦਾ ਹੈ। ਫਿਰ ਬਣਾਉਂਦਾ ਹੈ ਬੱਚਿਆਂ ਦੇ ਰੇਤ ਦੇ ਖੇਲਾਂ ਵਾਂਗੂ, ਘਰਾਂ ਵਾਂਗੂ। ਫਿਰ ਬਣਾਉਂਦਾ ਹੈ, ਫਿਰ ਢਾਉਂਦਾ ਹੈ। ਉਹਦੀ ਅਨੋਖੀ ਲੀਲਾ ਹੈ, ਉਹਦੀ ਮਰਜ਼ੀ ਉਹ ਆਪ ਹੀ ਜਾਣਦਾ ਹੈ। ਸਾਡੀ ਸਮਝ ਦੇ ਵਿੱਚ ਇਹ ਨਹੀਂ ਆ ਸਕਦਾ। ਉਹ ਆਪ ਹੀ ਜਾਣਦਾ ਹੈ, ਆਪ ਹੀ ਸਮਝਦਾ ਹੈ। ਆਗਿਆਕਾਰੀ ਕੀਨੀ ਮਾਇਆ, ਲਸਟ, ਤ੍ਰਿਸ਼ਨਾ, ਖਿੱਚ, ਅਟੈਚਮੈਂਟ, ਇਹ ਸਾਰੇ ਦੇ ਸਾਰੇ ਮਾਇਆ ਦਾ ਰੂਪ ਹਨ। ਆਮ ਤੌਰ 'ਤੇ ਦੁਨੀਆ ਦੇ ਵਿੱਚ ਪੈਸੇ ਨੂੰ, ਧਨ ਦੌਲਤ ਨੂੰ ਮਾਇਆ ਕਿਹਾ ਜਾਂਦਾ ਹੈ, ਪਰ ਮਾਇਆ ਦਾ ਵਿਸਤਾਰ ਰੂਪ ਬਹੁਤ ਵੱਡਾ ਹੈ। ਜਕੜ ਲੈਂਦਾ ਹੈ, ਪਿੰਜਰੇ ਦੇ ਵਿੱਚ ਪਾ ਲੈਂਦਾ ਹੈ ਪ੍ਰਾਣੀ ਨੂੰ। ਪ੍ਰਭੂ ਨੇ ਮਾਇਆ ਨੂੰ ਜਿਵੇਂ ਆਮ ਦੁਨੀਆ ਦੇ ਵਿੱਚ ਕਾਂਟਰੈਕਟ ਕਰ ਲੈਂਦੇ ਹਨ ਕਿ ਵੀ ਭਾਈ ਤੈਂ ਲੇਬਰ ਲੈ ਕੇ ਆਉਣੀ ਹੈ, ਤੈਂ ਬਿਜਲੀ ਦਾ ਮਹਿਕਮਾ ਸਾਂਭਣਾ ਹੈ, ਤੂੰ ਸਫਾਈ ਦਾ ਜ਼ਿੰਮੇਵਾਰ ਹੈ। ਵੱਖਰੇ ਵੱਖਰੇ ਆਦਿ ਕਾਂਟਰੈਕਟ ਹੋ ਜਾਂਦੇ ਹਨ। ਇਸੇ ਤਰ੍ਹਾਂ ਪ੍ਰੀਤਮ ਪਿਆਰੇ ਨੇ ਮਾਇਆ ਨੂੰ ਇੱਕ ਵਿਸ਼ੇਸ਼ ਮਹਿਕਮਾ ਦਿੱਤਾ ਹੋਇਆ ਹੈ, ਕਾਂਟਰੈਕਟ, ਕਿ ਤੇਰੇ ਲਿਮਟ ਆ ਹਨ। ਤੈਂ ਹਰ ਕਿਸੇ ਦਾ ਜੀ ਪਰਚਾਉਣਾ ਹੈ। ਝੂਠੇ ਸੰਸਾਰ ਦੇ ਵਿੱਚ ਝੂਠ ਵਰਤਾਉਣਾ ਹੈ। ਤੈਂ ਚੰਗੇ ਭਲੇ ਪ੍ਰਭੂ ਦੇ ਪਿਆਰੇ ਆਪਣੇ ਜਾਲ ਦੇ ਵਿੱਚ ਫਸਾਉਣੇ ਹਨ। ਮਾਇਆ ਖੂਬੀ ਦੇ ਨਾਲ ਇਹ ਕੰਮ ਕਰ ਰਹੀ ਹੈ। ਹਰ ਨੂੰ ਮੋਹ ਲੈਂਦੀ ਹੈ। ਵੱਡੇ ਤੋਂ ਵੱਡੇ ਵਣਜ ਵਪਾਰੀ ਬਣ ਜਾਂਦੇ ਹਨ। ਮਾਇਆ ਉਹਨਾਂ ਨੂੰ ਨਚਾਉਂਦੀ ਹੈ, ਪਰ ਮਾਇਆ ਦੀ ਸੀਮਾ ਹੈ। ਸੀਮਾ ਦੇ ਅੱਗੇ ਇੱਕ ਰਤੀ ਭਰ ਵੀ ਨਹੀਂ ਜਾ ਸਕਦੀ, ਕਿਉਂਕਿ ਕਾਂਟਰੈਕਟ ਹੈ। ਉਲੰਘਣਾ ਹੋਵੇਗੀ, ਮਾਇਆ ਨੂੰ ਸਜ਼ਾ ਮਿਲੇਗੀ। ਬਹੁਤ ਸਾਰੇ ਪ੍ਰਾਣੀ ਮਾਇਆ ਦੇ ਛਲ ਦੇ ਵਿੱਚ ਛੜੇ ਜਾਂਦੇ ਹਨ, ਉਹਦੇ ਦਾਸ ਬਣ ਜਾਂਦੇ ਹਨ।
ਪ੍ਰਭੂ ਦੀ ਦਾਸੀ ਦੇ ਦਾਸ ਬਣ ਜਾਂਦੇ ਹਨ। ਪ੍ਰਭੂ ਨੂੰ ਇਹ ਭਾਉਂਦਾ ਨਹੀਂ ਕਿ ਉਹਦੇ ਪਿਆਰੇ ਉਹਦੀ ਨੌਕਰਾਣੀ ਦੇ ਦਾਸ ਬਣ। ਪ੍ਰਭੂ ਇਹ ਪਸੰਦ ਨਹੀਂ ਕਰਦਾ ਕਿ ਇੱਕ ਕਾਂਟਰੈਕਟ 'ਤੇ ਰੱਖੀ ਹੋਈ ਇੰਪਲਾਈ ਉਹ ਉਹਦੇ ਪਿਆਰਿਆਂ ਉੱਤੇ ਰਾਜ ਕਰੇ। ਇਹ ਹਮੇਸ਼ਾ ਹੀ ਪ੍ਰਭੂ ਦੀ ਮਿਹਰ ਵਰਤਦੀ ਹੈ ਕਿ ਉਹ ਮਾਇਆ ਦੇ ਜਾਲ 'ਚੋਂ ਜਿੰਨੇ ਪਿਆਰੇ ਛੁਡਾ ਸਕੇ ਛੁਡਾਉਂਦਾ ਹੈ। ਪਰ ਜਿਹੜੇ ਫਸੇ ਹੋਏ ਹੈ, ਜਿਹੜੇ ਇਹ ਦੁੱਖ ਦੇ ਵਿੱਚ ਹੀ ਲੰਘ ਰਹੇ ਹੈ, ਉਹਨਾਂ ਨੂੰ ਬੇਨਤੀ ਤਾਂ ਕਰਨੀ ਹੀ ਪਵੇਗੀ। ਜੇ ਉਹ ਆਪਣਾ ਦੁੱਖ ਨਹੀਂ ਦੱਸਦੇ, ਉਹਨਾਂ ਦੀ ਤਕਲੀਫ ਦਾ ਪਤਾ ਨਹੀਂ ਲੱਗਦਾ, ਤਾਂ ਵਿਚਾਰਾ ਡਾਕਟਰ ਕੀ ਕਰੇ? ਪ੍ਰਭੂ ਕੀ ਕਰ ਸਕਦਾ ਜਿੰਨੀ ਦੇਰ ਉਹ ਦੁਹਾਈ ਨਹੀਂ ਦਿੰਦੇ? ਜਿਹੜੇ ਫਰਿਆਦ ਕਰਦੇ ਹਨ ਪ੍ਰਭੂ ਕੱਢ ਲੈਂਦਾ ਹੈ, ਕਿਉਂਕਿ ਮਾਇਆ ਦਾਸੀ ਹੈ ਪ੍ਰਭੂ ਦੀ। ਆਗਿਆਕਾਰੀ ਕੀਨੀ ਮਾਇਆ, ਪ੍ਰਭੂ ਦਾ ਕਹਿਣਾ ਉਹਨੂੰ ਮੰਨਣਾ ਹੀ ਪੈਣਾ ਹੈ। ਸਭ ਕਹਿ ਮਦ ਅਲਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ। ਪ੍ਰੀਤਮ ਪਿਆਰਾ ਪਰਮਾਤਮਾ ਪ੍ਰਭੂ ਈਸ਼ਵਰ ਨਿਰੰਕਾਰ ਸਾਰਿਆਂ ਦੇ ਵਿੱਚ ਵਿਚਰਦਾ ਹੈ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਤੇਜ ਦੇ ਰਿਹਾ ਹੈ, ਜੀਵਨ ਦੇ ਰਿਹਾ ਹੈ, ਬੋਲ ਰਿਹਾ ਹੈ। ਪਰ ਉਸੇ ਸਮੇਂ ਹੀ ਸੇਮ ਟਾਈਮ ਪ੍ਰਭੂ ਇਕੱਲਾ ਵੀ ਹੈ, ਨਿਰਲੇਪ ਹੈ, ਵੱਖਰਾ ਹੈ, ਸਾਰਿਆਂ ਦੇ ਵਿੱਚ ਵਸਦਾ ਹੈ, ਰਸਦਾ ਹੈ, ਫਿਰ ਇਕੱਲੇ ਦਾ ਇਕੱਲਾ ਨਿਰਲੇਪ ਹੈ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਹੈ, ਪਾਣੀ ਲੱਗਦਾ ਹੈ, ਪਾਣੀ ਉੱਚਾ ਹੁੰਦਾ ਹੈ, ਨੀਵਾਂ ਹੁੰਦਾ ਹੈ, ਪਾਣੀ ਦੇ ਵਿੱਚ ਬਹੁਤ ਸਾਰੇ ਪਦਾਰਥ ਹਨ, ਪਰ ਫਿਰ ਵੀ ਉਹ ਸਾਫ਼ ਦਾ ਸਾਫ਼, ਫਿਰ ਵੀ ਉਹ ਸੁਥਰੇ ਦਾ ਸੁਥਰਾ, ਸਾਰਿਆਂ ਦੇ ਵਿੱਚ ਹੁੰਦਾ ਹੋਇਆ ਪ੍ਰੀਤਮ ਫਿਰ ਵੀ ਇਕੱਲਾ ਹੈ। ਜੋ ਕਿਛ ਕਹਿਣਾ ਸੋ ਆਪੇ ਕਹੇ, ਜੋ ਕੁਝ ਉਹਨੇ ਕਹਿਣਾ ਹੈ, ਸਮਝਾਉਣਾ ਹੈ, ਉਹ ਆਪਣੀ ਬੋਲੀ ਰਾਹੀਂ ਕਹਿ ਦਿੰਦਾ ਹੈ, ਆਪਣੇ ਆਪ ਹੀ ਕਹਿ ਦਿੰਦਾ ਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲੈ ਸਮਾਏ। ਜੋ ਵੀ ਇਸ ਧਰਤੀ ਉੱਤੇ ਕੋਈ ਆਉਂਦਾ ਹੈ, ਉਹਦੇ ਹੁਕਮ ਨਾਲ ਹੀ ਆਉਂਦਾ ਹੈ। ਉਸ ਦੇ ਹੁਕਮ ਤਾਬੇ ਪ੍ਰਾਣੀ ਧਰਤੀ ਉੱਤੇ ਜੀਵਨ ਧਾਰਦਾ ਹੈ ਤੇ ਹੁਕਮ ਤਾਬੇ ਚਲਿਆ ਜਾਂਦਾ ਹੈ। ਨਾਨਕ ਜਦ ਉਸ ਨੂੰ ਚੰਗਾ ਲੱਗਦਾ ਹੈ ਤਾਂ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਵਿੱਚ ਭੇਦ ਕਰ ਲੈਂਦਾ ਹੈ, ਅਬਜ਼ੋਰਬ ਕਰ ਲੈਂਦਾ ਹੈ। ਜਿਹੜੀ ਪ੍ਰਭੂ ਦੀ ਬਣਾਈ ਹੋਈ ਆਤਮਾ ਹੈ, ਉਹ ਪਰਮਾਤਮਾ ਦੇ ਵਿੱਚ ਸੰਗਮ ਕਰ ਲੈਂਦੀ ਹੈ, ਵਸ ਜਾਂਦੀ ਹੈ। ਪ੍ਰਾਣੀ ਦੀ ਆਪਣੀ ਆਇਡੈਂਟੀਫਿਕੇਸ਼ਨ ਮੁੱਕ ਜਾਂਦੀ ਹੈ, ਉਹਦਾ ਰੂਪ ਹੀ ਬਣ ਜਾਂਦਾ ਹੈ। ਉਸ ਤੋਂ ਬਾਅਦ ਭਿੰਨਤਾ ਨਹੀਂ ਰਹਿੰਦੀ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸਰਬ ਭੂਤ ਆਪ ਵਰਤਾਰਾ, amongst all the forms the Lord himself is contained.
ਸਰਬ ਨੈਣ ਆਪ ਪੇਖਣ ਹਾਰਾ। Through all the eyes, he himself is the beholder. सगल समगरी जा का तना। The whole creation is his body. आपन जस आप ही सुना। He praises, he sings, then he himself listens, he himself hears. आपन जान एक खेल बनाया। He has made coming and going as a play. That's his hobby. आज्ञाकारी कीनी माया। He has rendered Mammon as a servant to him. He supervises her. She works on contract. She is obedient to him. Maya, always loyal to the God. सब के मद अल पतो रहे. Thou midst everything, he remains unattached. जो किश कहना सो आपे कहे. Whatever is to be said, he himself says. आज्ञा आवे आज्ञा जाए. By his order man comes, and by his order man goes. नानक जा भावे ता लय समाए. Nanak, when it pleases him, he blends the mortal with himself then. No more separation. They are together now on. गुरु प्यारिओ, सच्चे पातशाह धन धन गुरु अर्जन देव जी ने सानू समझाया है कि जो कुछ भी अखां दे नाल नज़र आउंदा है वो सारिਆਂ ਦੇ ਵਿੱਚ ਰਮਿਆ ਹੋਇਆ ਹੈ। ਕਿਣਕੇ ਕਿਣਕੇ ਦੇ ਵਿੱਚ ਉਹ ਵਸਿਆ ਹੋਇਆ ਹੈ। तमाम दुनिया दियाँ अखां, दुनिया दे नैण, आईज ऑफ द यूनीवर्स, एवरीबॉडी बिलोंग टू हिम। उन्हां अखां दे राही वो देख रहा है, साडियां अखां राही भी वो तक रहा है। सारी दी सारी समगरी सृष्टि उहदा शरीर है, उहदा तन है। फिर वो अपनी सिफत आप करता है। इट डोंट मेक डिफरेंस जे ਉਹਦੇ ਪਿਆਰੇ ਕੀਰਤਨ ਕਰਦੇ ਹਨ, ਪਿਆਰੇ ਗੀਤ ਗਾਉਂਦੇ ਹਨ, ਸੰਗਤਾਂ ਸੁਣਦੀਆਂ ਹਨ, ਦੋਨੇ ਪਾਸੇ ਉਹ ਆਪ ਹੀ ਹੈ। ਸਾਰੇ ਦੇ ਸਾਰੇ ਗੀਤ ਉਹ ਬਣਾਉਂਦਾ ਹੈ, ਆਪ ਹੀ ਗਾਉਂਦਾ ਹੈ, ਆਪ ਹੀ ਸੁਣਦਾ ਹੈ। ਉਹਨੇ ਇਹ ਖੇਲ ਬਣਾਇਆ ਹੋਇਆ, ਪਿਆਰਾ ਖੇਲ, ਜਿਹਦੇ ਵਿੱਚ ਅਸੀਂ ਸਾਰੇ ਦੇ ਸਾਰੇ ਪਾਤਰ ਹਾਂ। We are actor and actresses. We are playing our roles. ਮਾਇਆ ਜਿਹੜੀ ਬਹੁਤ ਪਾਵਰਫੁੱਲ ਹੈ, ਸ਼ਕਤੀਸ਼ਾਲੀ ਹੈ, ਉਹਦੀ ਆਗਿਆ ਮੰਨਦੀ ਹੈ। ਉਹਦੀ ਆਗਿਆ ਤੋਂ ਰਤੀ ਭਰ ਵੀ ਬਾਹਰ ਨਹੀਂ ਜਾ ਸਕਦੀ। ਪ੍ਰੀਤਮ ਪਿਆਰਾ ਸਾਰਿਆਂ ਦੇ ਵਿੱਚ ਵੱਸਦਾ, ਪਰ ਸੇਮ ਟਾਈਮ ਵੱਖਰਾ ਵੀ ਹੈ, ਨਿਰਲੇਪ ਹੈ, ਨਿਰੰਕਾਰ ਹੈ। ਆਕਾਰ ਬਣਾਉਣਾ ਵਾਲਾ ਨਿਰੰਕਾਰ ਹੈ। ਜਿਹੜਾ ਕੁਝ ਉਹਨੇ ਕਹਿਣਾ ਉਹ ਆਪ ਹੀ ਕਹਿ ਦਿੰਦਾ ਹੈ। ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ। ਪ੍ਰਭੂ ਨੂੰ ਕਿਸੇ ਨਾਲ ਸਲਾਹ ਕਰਨ ਦੀ ਕੋਈ ਲੋੜ ਨਹੀਂ ਹੈ। ਹੀ ਇਜ਼ ਸਟ੍ਰੇਟ ਫਾਰਵਰਡ। ਜਿੰਨੀ ਧਰਤੀ ਉੱਤੇ ਜੀਵ ਜਨਮ ਲੈਂਦੇ ਹਨ, ਕੋਈ 5 ਮਿੰਟ ਦਾ ਹੈ, ਕੋਈ 2 ਮਿੰਟ ਦਾ ਹੈ,
ਕੋਈ ਸਾਲਾਂ ਦਾ ਹੈ, ਈਵਨ ਸਦੀਆਂ ਤੱਕ ਦਾ। ਸਾਰਿਆਂ ਦੇ ਵਿੱਚ ਉਹ ਵੱਸਦਾ ਅਤੇ ਸਾਰੇ ਉਹਦੀ ਕਿਰਪਾ ਦੇ ਨਾਲ ਜਨਮ ਲੈਂਦੇ ਹਨ, ਸਾਰੇ ਉਹਦੀ ਕਿਰਪਾ ਦੇ ਨਾਲ ਮਰਦੇ ਹਨ। ਪਰ ਪਿਆਰਿਆਂ ਦਾ ਮਰਨਾ ਉਹ ਜੀਵਨ ਬਣਾ ਦਿੰਦਾ ਹੈ, ਉਹਨਾਂ ਨੂੰ ਮਰਨ ਤੋਂ ਰਹਿਤ ਕਰ ਦਿੰਦਾ ਹੈ, ਉਹਨਾਂ ਨੂੰ ਆਪਣੇ ਵਿੱਚ ਅਬਜ਼ੌਰਬ ਕਰਕੇ ਆਪਣੇ ਵਿੱਚ ਮਿਲਾ ਲੈਂਦਾ ਹੈ। ਇਹੀ ਤਾਂ ਉਹਦੀ ਸਿਫਤ ਸਲਾਹ ਹੈ, ਇਹੀ ਤਾਂ ਉਹਦੀ ਵੱਡੀ ਵਡਿਆਈ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।